ਲੁਧਿਆਣਾ ਦੇ ਸਨਅਤਕਾਰਾਂ ਦੀ ਹੋਈ ਬੈਠਕ। ਪਾਵਰਕੌਮ ਦੇ ਬਿਜਲੀ ਦੇ ਫਿਕਸ ਰੇਟਾਂ ਵਿੱਚ ਮੰਗੀ ਗਈ ਛੁੱਟ, ਨਹੀਂ ਤਾਂ ਫੈਕਟਰੀਆਂ ਤੇ ਲੱਗੇ ਰਹਿਣਗੇ ਤਾਲੇ। ਮਜਬੂਰ ਹੋਣਾ ਪਏਗਾ ਸਾਰਿਆਂ ਨੂੰ ਚਾਬੀਆਂ ਲੈ ਕੇ ਸਰਕਾਰ ਨੂੰ ਚਾਬੀਆਂ ਸੌਂਪਣੀਆਂ ਪੈਣਗੀਆਂ ਕਿ ਸਾਡੀਆਂ ਚਾਬੀਆਂ ਸੰਭਾਲੋ, ਸਾਡੀ ਇੰਡਸਟਰੀ ਸੰਭਾਲੋ, ਸਾਡੇ ਬੈਂਕ ਸੰਭਾਲੋ, ਸਾਡੀ ਲੇਬਰ ਸੰਭਾਲੋ, ਆਪੇ ਬਿਜਲੀ ਦੇ ਬਿੱਲ ਦਿਓ, ਆਪੇ ਫੈਕਟਰੀਆਂ ਚਲਾਓ, ਸਾਨੂੰ ਝੋਲਾ ਫੜਾਓ ਤੇ ਸਾਡਾ ਘਰ ਕਿਤੇ ਬਣਾ ਦਿਓ ਯੂਪੀ ਬੰਗਾਲ 'ਚ, ਬਿਹਾਰ 'ਚ, ਅਸੀਂ ਆਪਣੇ ਝੋਲੇ ਚੁੱਕੇ ਉੱਥੇ ਚਲ ਜਾਈਏ। ਸਾਰੇ ਫਰਨਸ ਅਲਾਇੰਸ ਲਿਮਟਿਡ ਫਰਨਸ ਅਲਾਇੰਸ ਵੱਲੋਂ ਇਹ ਰੱਖੀ ਗਈ ਹੈ ਪ੍ਰੈਸ ਕਾਨਫਰੰਸ। ਬੀਇੰਗ ਏ ਪ੍ਰੈਜ਼ੀਡੈਂਟ ਮਹੇਸ਼ ਗੁਪਤਾ ਵੱਲੋਂ ਸਾਡੀ ਸਿਰਫ ਸਰਕਾਰ ਵੱਲੋਂ ਇੱਕੋ ਹੀ ਰਿਕੁਐਸਟ ਹੈ ਸਾਰੀ ਸਰਕਾਰ ਨੂੰ ਕਿ ਸਾਡੀ ਇੰਡਸਟਰੀ ਨੂੰ ਬਚਾ ਲਓ, ਲੇਬਰ ਵੀ ਬਚ ਜੂਗੀ ਔਰ ਇਹ ਇੰਨੇ ਭਰ ਟੈਕਸ ਤੁਹਾਨੂੰ ਦਿੰਦੀ ਹੈ। ਅਗਰ ਇੰਡਸਟਰੀ ਬਚ ਗਈ ਤੇ ਲੇਬਰ ਵੀ ਬਚੂ, ਗੌਰਮੈਂਟ ਵੀ ਬਚੂ। ਬਸ ਸਾਡੀ ਕੀ ਰਿਕੁਐਸਟ ਹੈ, ਸਾਡੀ ਇੰਡਸਟਰੀ ਨੂੰ ਬਚਾਓ। ਜਦ ਤੱਕ ਲੋਕਡਾਊਨ ਚੱਲ ਰਿਹਾ ਹੈ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਕੋਲ ਕਿਸੇ ਕਿਸਮ ਦਾ ਵੀ ਪੈਨਿਕ ਨਾ ਕੀਤਾ ਜਾਵੇ, ਪ੍ਰੈਸ਼ਰ ਨਾ ਪਾਇਆ ਜਾਵੇ, ਕੋਈ ਵਿਆਜ ਨਾ ਲੱਤੇ ਜਾਣ, ਕੋਈ ਐਕਸਟਰਾ ਅਮਾਊਂਟਾਂ ਨਾ ਲੱਤੀਆਂ ਜਾਣ ਜਿਹਦੇ ਨਾਲ ਸਾਡੀ ਇੰਡਸਟਰੀ ਡੁੱਬ ਜਾਵੇ। ਅਦਰਵਾਈਜ਼ ਸਾਨੂੰ ਮਜਬੂਰ ਹੋਣਾ ਪਏਗਾ ਸਾਰਿਆਂ ਨੂੰ ਚਾਬੀਆਂ ਲੈ ਕੇ ਸਰਕਾਰ ਨੂੰ ਚਾਬੀਆਂ ਸੌਂਪਣੀਆਂ ਪੈਣਗੀਆਂ ਕਿ ਸਾਡੀਆਂ ਚਾਬੀਆਂ ਸੰਭਾਲੋ, ਸਾਡੀ ਇੰਡਸਟਰੀ ਸੰਭਾਲੋ, ਸਾਡੇ ਬੈਂਕ ਸੰਭਾਲੋ, ਸਾਡੀ ਲੇਬਰ ਸੰਭਾਲੋ, ਆਪੇ ਬਿਜਲੀ ਦੇ ਬਿੱਲ ਦਿਓ, ਆਪੇ ਫੈਕਟਰੀਆਂ ਚਲਾਓ, ਸਾਨੂੰ ਝੋਲਾ ਫੜਾਓ ਤੇ ਸਾਡਾ ਘਰ ਕਿਤੇ ਬਣਾ ਦਿਓ ਯੂਪੀ ਬੰਗਾਲ 'ਚ, ਬਿਹਾਰ 'ਚ, ਅਸੀਂ ਆਪਣੇ ਝੋਲੇ ਚੁੱਕੇ ਉੱਥੇ ਚਲ ਜਾਈਏ। ਇਹ ਕਹਿਣਾ ਚਾਹੁੰਦੇ ਹਾਂ ਅਸੀਂ ਇੰਡਸਟਰੀ ਆਪਣੀ ਨੂੰ। ਸਰ ਸਾਨੂੰ ਕੋਈ ਟਾਈਮ ਲਿਮਿਟ ਨਹੀਂ ਦਿੱਤੀ ਜਾ ਰਹੀ, ਨਾ GST ਦੀ ਡੇਟ ਵਧਾਈ ਜਾ ਰਹੀ ਹੈ, ਨਾ TDS ਦੀ ਡੇਟ ਵਧਾਈ ਜਾ ਰਹੀ ਹੈ, ਨਾ ਬਿਜਲੀ ਦੇ ਬਿੱਲ ਦੀ ਡੇਟ ਵਧਾਈ ਜਾ ਰਹੀ ਹੈ। ਔਰ ਜੋ ਵਧਾਇਆ ਜਾ ਰਿਹਾ ਉਹਦੇ ਵਿੱਚ ਸਾਡੇ ਕੋਲੋਂ ਵਿਆਜ ਲੱਤਾ ਜਾ ਰਿਹਾ ਕਿ ਸਾਨੂੰ ਵਿਆਜ ਵੀ ਦੇਣਾ ਪਵੇ, ਕਿਸ਼ਤਾਂ ਵੀ ਦੇਣੀਆਂ ਪੈਣ। ਅਸੀਂ ਬੜੇ ਸਰਪ੍ਰਾਈਜ਼ਡ ਹੈ ਕਿ ਅਸੀਂ ਰਕਮ ਦੇਣ ਲਈ ਅਸਮਰਥ ਹੈ। ਸਾਡੇ ਲੋਕਡਾਊਨ 'ਚ ਬੈਠੇ ਹੈ, ਲੇਬਰ ਦੀ ਸੇਵਾ ਕਰ ਥੱਕ ਗਏ, ਮਿਨੀਮਮ ਬਿੱਲ ਦੇ ਕੇ ਥੱਕ ਗਏ। ਅਸੀਂ ਕਿੱਥੇ ਜਾਈਏ, ਕੀ ਕਰੀਏ, ਕਿਹਦੇ ਕੋਲ ਫਰਿਆਦ ਜਾ ਕੇ ਬੋਲੀਏ? ਸਾਡੀ ਇਹ ਆਵਾਜ਼ ਗੌਰਮੈਂਟ ਤੱਕ ਪਹੁੰਚਾਈ ਜਾਵੇ, ਸਾਡੀ ਇੰਡਸਟਰੀ ਬਚਾਈ ਜਾਵੇ। ਜੈ ਲੇਬਰ ਜੈ ਇੰਡਸਟਰੀ, ਇਹ ਨਾਰਾ ਬੁਲੰਦ ਕਰਨਾ ਚਾਹੀਦਾ ਜਿਹਦੇ ਨਾਲ ਪੰਜਾਬ ਗੌਰਮੈਂਟ ਵੀ ਖੁਸ਼ਹਾਲ ਹੋ ਜਾਵੇ। ਆਉਣ ਵਾਲੇ ਟਾਈਮਾਂ 'ਚ ਟੈਕਸ ਮਿਲਣ ਉਹਨਾਂ ਨੂੰ ਜ਼ੋਰ ਨਾਲ, ਸਾਨੂੰ ਹੈਲਪ ਕੀਤੀ ਜਾਵੇ, ਸਾਡੀ ਇੰਡਸਟਰੀ ਦੀ ਹੈਲਪ ਕੀਤੀ ਜਾਵੇ। ਬਿਜਲੀ ਦੇ ਬਿੱਲ ਨੂੰ ਲੈ ਕੇ ਕੀ ਫੈਸਲਾ ਹੋਇਆ? ਅੱਜ ਆਲ ਫਰਨਸ ਐਸੋਸੀਏਸ਼ਨ, ਸੂਇੰਗ ਮਸ਼ੀਨ ਡਿਵੈਲਪਮੈਂਟ ਕਲੱਬ ਔਰ ਜਿਹੜੀ ਫੈਡਰੇਸ਼ਨ ਆਫ ਆਲ ਇੰਡਸਟਰੀਜ਼ ਐਸੋਸੀਏਸ਼ਨ ਔਰ ਜਿਹੜੀ ਸਾਡੀ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਜਨਤਾ ਨਗਰ ਹੈ, ਉਹਨਾਂ ਵੱਲੋਂ ਇਹ ਸਾਂਝੀ ਮੀਟਿੰਗ ਕੀਤੀ ਗਈ ਹੈ। ਇਹਦਾ ਜਿਹੜਾ ਇੱਕ ਨਕਾਤੀ ਏਜੰਡਾ ਸੀ ਉਹ ਤਾਂ ਇਹ ਹੈ ਕਿ ਪਹਿਲਾਂ ਜਿਵੇਂ ਲਾਕਡਾਊਨ ਵਧਿਆ ਸਾਡੇ ਐਸੋਸੀਏਸ਼ਨ ਦੇ ਪ੍ਰੈਸ਼ਰ ਤੇ, ਤਾਂ ਪਾਵਰਕੌਮ ਉਵੇਂ ਡੇਟ ਐਕਸਟੈਂਡ ਕਰਦੀ ਰਹੀ ਹੈ ਆਪਣੇ ਬਿਜਲੀ ਦੇ ਬਿੱਲਾਂ ਦੀ। ਲੇਕਿਨ ਕੱਲ੍ਹ 10 ਤਰੀਕ ਦੇ ਜਿਹੜੇ ਲਾਸਟ ਬਿੱਲ ਸੀ ਸਾਡੇ, ਉਹਦੇ ਤੇ ਇਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਹੁਣ ਤੁਸੀਂ 18% ਪੈਨਲਟੀ ਦੇ ਨਾਲ ਬਿੱਲ ਜਮ੍ਹਾਂ ਕਰਾਓਗੇ, ਅਸੀਂ ਤੁਹਾਡੀ ਡੇਟ ਐਕਸਟੈਂਡ ਨਹੀਂ ਕਰਨੀ। ਤੁਸੀਂ ਲਾਕਡਾਊਨ ਐਕਸਟੈਂਡ ਕਰ ਰਹੇ ਹੋ, ਕੰਮਕਾਰ ਸਾਡੇ ਤੁਸੀਂ ਬੰਦ ਕਰਾਏ ਆ। ਕਰੋਨਾ ਮਹਾਮਾਰੀ ਆ, ਕਿਸੇ ਦੇ ਹੱਥ ਬਸ ਨਹੀਂ। ਲੇਕਿਨ ਸਾਨੂੰ ਇੰਡਸਟਰੀ ਨੂੰ ਪਿਨ ਪੁਆਇੰਟ ਕਰਕੇ ਕਿਉਂ ਮਾਰਿਆ ਜਾ ਰਿਹਾ? ਸਾਡੇ ਛੋਟੇ ਤੋਂ ਛੋਟੇ ਵਪਾਰੀ ਦਾ ਵੀ ਜਿਹੜਾ ਬਿੱਲ ਹੈ ਉਹ 10,000 ਤੋਂ ਲੈ ਕੇ 1 ਲੱਖ ਰੁਪਏ ਤੱਕ ਆਉਂਦਾ ਹੈ। ਜਿਹੜੀ ਸਾਡੀ ਵੱਡੀ ਫਰਨਸ ਇੰਡਸਟਰੀ ਆ, ਕਰੀਬ 1.5 ਕਰੋੜ ਤੱਕ ਦੇ ਬਿੱਲ ਆਉਂਦੇ ਆ। ਔਰ ਉਹਦੇ ਨਾਲ ਜਿਹੜੀ ਅਸੀਂ ਤੁਹਾਨੂੰ ਸਾਰਾ ਦਿਖਾ ਚੁੱਕੇ ਹਾਂ, ਜਿਹੜਾ ਇਹਨਾਂ ਨੇ 7 ਅਪ੍ਰੈਲ ਨੂੰ ਇੱਕ ਨੋਟੀਫਿਕੇਸ਼ਨ ਕੀਤਾ ਸੀ ਜਿਹੜਾ ਸੈਕਟਰੀ ਪਾਵਰ ਪੰਜਾਬ ਨੇ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਦੋਂ ਤੱਕ ਲਾਕਡਾਊਨ ਚੱਲ ਰਿਹਾ ਉਦੋਂ ਦਾ 2 ਮਹੀਨੇ ਤੱਕ ਉਹਨਾਂ ਨੇ ਜਿਹੜੇ ਸਾਡੇ ਫਿਕਸ ਚਾਰजेस ਆ ਉਹਨੂੰ ਐਗਜ਼ੈਂਪਟ ਕੀਤਾ ਸੀ। ਤੇ ਬੜੀ ਹੈਰਾਨੀ ਹੋਈ ਆ, ਕੱਲ੍ਹ ਜਿਹੜੇ ਸਾਡੇ ਚੇਅਰਮੈਨ ਨੇ ਪਾਵਰਕੌਮ ਦੇ, ਉਹ ਇਸ ਗੱਲ ਤੋਂ ਬਿਲਕੁਲ ਹੀ ਮੁੱਕਰ ਚੁੱਕੇ। ਉਹ ਕਹਿੰਦੇ ਜੀ ਅਸੀਂ ਐਗਜ਼ੈਂਪਟ ਨਹੀਂ ਕੀਤਾ, ਅਸੀਂ ਡੈਫਰ ਕੀਤਾ ਤੇ ਆ 23 ਮਈ ਤੋਂ ਅਸੀਂ ਉਹ ਬਿੱਲ ਤੁਹਾਨੂੰ ਵਿੱਚ ਐਡ ਕਰਕੇ ਲੈਣਾ ਸ਼ੁਰੂ ਕਰਾਂਗੇ। ਫੈਕਟਰੀਆਂ ਸਾਡੀਆਂ ਚੱਲੀਆਂ ਨਹੀਂ, ਕੰਮ ਸਾਡਾ ਚੱਲ ਨਹੀਂ ਰਿਹਾ, ਤਾਂ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਪੇ ਕਰ ਸਕਦੇ ਹਾਂ? GST ਨੇ ਵੀ ਇਹ ਗੱਲ ਕਲੀਅਰ ਕਰਤੀ ਕਿ ਤੁਹਾਡੀ 5 ਤਰੀਕ ਡੇਟ ਸੀਗੀ ਤੇ ਉਸ ਤੋਂ ਬਾਅਦ ਤੁਸੀਂ ਪੈਨਲਟੀ ਨਾਲ ਪੇ ਕਰੋ। ਔਰ ਮੈਂ ਹੈਰਾਨ ਆ ਕਿ ਇੱਕੋ ਇੱਕ ਮਿਨਿਸਟਰ ਨੇ ਜਿਹੜੇ ਪੂਰੇ ਹਿੰਦੁਸਤਾਨ 'ਚ ਸਾਡੀ ਆਵਾਜ਼ ਬਣੇ ਨੇ। ਮੈਂ ਉਹਦਾ ਧੰਨਵਾਦ ਕਰਦਾ, ਮਾਣਯੋਗ ਸ਼੍ਰੀ ਨਿਤਿਨ ਗਡਕਰੀ ਜੀ, ਜਿਹੜੇ ਸਾਡੇ MSME ਦੇ ਵਜ਼ੀਰ ਨੇ। ਉਹਨਾਂ ਦੀ ਇੰਟਰਵਿਊ ਤੁਸੀਂ ਸਾਰਿਆਂ ਨੇ ਸੁਣੀ ਆ ਔਰ ਬੜੀ ਦਲੇਰੀ ਨਾਲ ਉਹਨੇ ਗੱਲ ਕਹੀ ਹੈ ਕਿ ਜੇਕਰ ਅਫਸਰਸ਼ਾਹੀ ਤੇ ਡਿਪਾਰਟਮੈਂਟ ਸਰਕਾਰ ਦੇ ਫੈਸਲੇ ਲਾਗੂ ਨਹੀਂ ਕਰਦੇ, ਕੇਂਦਰ ਸਰਕਾਰ ਦੇ, ਤਾਂ ਇਹ ਗਲਤ ਹੈ। ਲੇਕਿਨ ਤਾਂ ਵੀ ਉਹਦੇ ਬਾਵਜੂਦ ਵੀ ਇੱਥੇ ਕਿਸੇ 'ਤੇ ਕੋਈ ਅਸਰ ਨਹੀਂ ਹੈ। ਬੈਂਕਾਂ ਵਾਲੇ ਸਾਨੂੰ RBI ਦੀਆਂ ਜਿਹੜੀਆਂ ਆਈਆਂ ਚਿੱਠੀਆਂ ਭੇਜ ਰਹੇ ਆ ਕਿ ਅਸੀਂ ਤੁਹਾਨੂੰ 10% ਐਕਸਟੈਂਸ਼ਨ ਦੇਵਾਂਗੇ ਜੀ, OD ਦੇਵਾਂਗੇ। ਪਰ ਜਦੋਂ ਅਸੀਂ ਮੈਨੇਜਰਾਂ ਨੂੰ ਟੈਲੀਫੋਨ ਕਰਦੇ ਹਾਂ ਬੈਂਕਾਂ 'ਚ, ਉਹ ਕਹਿੰਦੇ ਸੌਰੀ ਜੀ, ਦੇਖਾਂਗੇ ਤੁਹਾਡੀ ਐਲੀਜੀਬਿਲਟੀ ਬਣਦੀ ਆ ਕਿ ਨਹੀਂ ਬਣਦੀ, ਅਸੀਂ ਇਸ ਤਰ੍ਹਾਂ ਨਹੀਂ ਦੇ ਸਕਦੇ। ਉਹ RBI ਦਾ ਹੁਕਮ ਮੰਨਣ ਤੋਂ ਇਨਕਾਰੀ ਹੈ।
ਇੱਥੇ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ। ਤੇ ਇਹ ਜਿਹੜੀ ਇਹ ਲਾ ਕਾਨੂੰਨੀ ਫੈਲੀ ਆ, ਇਹ ਤਾਂ ਮੈਂ ਸਮਝਦਾ ਅਨਾਰਕੀ ਵੱਲ ਜਾਊਗੀ ਤੇ ਸਾਡੇ ਕੋਲੇ ਤਾਂ ਡਿਪਰੈਸ਼ਨ ਸ਼ੁਰੂ ਹੋ ਜਾਊਗਾ ਸਾਡੀ ਇੰਡਸਟਰੀ 'ਚ। ਸਾਡਾ ਫੈਸਲਾ ਇਹ ਹੋਇਆ ਜੀ, ਇੱਕ ਤਾਂ ਸਰਕਾਰ ਜਦੋਂ ਤੱਕ ਲਾਕਡਾਊਨ ਵਧਾਉਂਦੀ ਆ ਉਦੋਂ ਤੱਕ ਸਾਡੇ ਬਿਜਲੀ ਦੇ ਬਿੱਲ ਵਧਾਵੇ। ਦੂਸਰਾ, ਜਿਹੜਾ ਸਾਡੀ ਐਕਸਟੈਂਸ਼ਨ ਸਾਨੂੰ ਦਿੱਤੀ ਸੀਗੀ, ਐਗਜ਼ੈਂਪਟ ਕੀਤਾ ਸੀਗਾ ਫਿਕਸ ਚਾਰजेस ਨੂੰ, ਉਹਨੂੰ ਘੱਟੋ ਘੱਟ ਅਗਲੇ 6 ਮਹੀਨੇ ਲਈ ਐਗਜ਼ੈਂਪਟ ਕੀਤਾ ਜਾਵੇ। ਔਰ ਅਗਰ ਇਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਚਾਬੀਆਂ ਇਹਨਾਂ ਦੇ ਹਵਾਲੇ ਕਰ ਦਿੰਦੇ ਆ। ਬੇਸ਼ੱਕ ਸਾਡੀਆਂ ਫੈਕਟਰੀਆਂ ਵੇਚ ਦੇਣ ਤੇ ਸਾਨੂੰ ਦੱਸ ਦੇਣ ਕਿਹੜੀ ਰੇਲਵੇ ਲਾਈਨ ਆ ਜਿਹੜੀ ਸਾਨੂੰ ਜਾਂਦੀ ਆ, ਅਸੀਂ ਵਾਪਸ ਸ਼ਹਿਰਾਂ 'ਚੋਂ ਆਪਣੇ ਪਿੰਡਾਂ ਵੱਲ ਨੂੰ ਜਾ ਸਕੀਏ। ਸਾਡੇ ਕੋਲੇ ਹੁਣ ਕੋਈ ਰਾਹ ਨਹੀਂ ਰਹਿ ਗਿਆ ਤੇ ਜਾਂ ਸਾਡੇ ਕੋਲੇ ਖੁਦਕੁਸ਼ੀਆਂ ਦਾ ਰਾਹ ਰਹਿ ਗਿਆ। ਲੇਬਰ ਜਿਹੜੀ ਵਾਪਸ ਜਾ ਰਹੀ ਉਹਦੇ ਬਾਰੇ ਕੀ ਕਹੋਗੇ? ਸਰ, ਲੇਬਰ ਜੇਕਰ ਇਹ ਘੱਟੋ ਘੱਟ ਉਹਨਾਂ ਨੂੰ ਰਾਸ਼ਨ ਸਹੀ ਤਰੀਕੇ ਨਾਲ ਦਿੰਦੇ, ਇਹ ਤਾਂ ਹੁਣ ਤੱਕ ਲੇਬਰ ਰੱਖੀ ਆ ਅਸੀਂ ਲੰਗਰ ਲਾ ਕੇ। ਜਿਹੜਾ ਸਰਕਾਰ ਕੋਲੇ ਇੰਨਾ ਜ਼ਿਆਦਾ ਰਾਸ਼ਨ ਹੈ, ਕਹਿੰਦੇ ਸਾਡੇ ਕੋਲੇ ਪਿਆ ਹੈ, ਉਹ 1905 ਦਾ ਨੰਬਰ ਮਿਲਦਾ ਨਹੀਂ ਹੈ। ਕੱਲ੍ਹ ਸਾਡਾ ਇੱਕ ਮਜ਼ਦੂਰ ਸਾਥੀ ਉੱਥੇ ਫੋਕਲ ਪੁਆਇੰਟ ਖੁਦਕੁਸ਼ੀ ਕਰ ਗਿਆ, ਜਿਹਨੂੰ ਵਿਚਾਰੋਂ ਰਾਸ਼ਨ ਨਹੀਂ ਮਿਲਿਆ। ਤੇ ਉਹਦੇ 'ਚ ਉੱਤੋਂ ਇਹਨੇ ਬੜੇ ਸਮਝਦਾ ਕਿ ਵੇਗ ਤਰੀਕੇ ਦੇ ਨਾਲ ਹੁਣ ਮਜ਼ਦੂਰ ਜਿਹੜੇ ਇੱਕ ਪਾਸੇ ਸਾਨੂੰ ਕਿਹਾ ਫੈਕਟਰੀਆਂ ਚਲਾਓ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਯਤਨ ਕਰ ਰਹੇ ਹਾਂ, ਆਪਣਾ ਜਿੰਨਾ ਕੁ ਸਰਮਾਇਆ ਪਿਆ ਇਕੱਠਾ ਕਰਕੇ ਅਸੀਂ ਉਹਨਾਂ ਨੂੰ ਰੁਜ਼ਗਾਰ ਦਈਏ। ਤੇ ਹੁਣ ਇਹਨਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਫੈਕਟਰੀਆਂ ਵੱਲ ਜਾਓ। ਇੱਕ ਬੜਾ ਫੈਬਰਿਕ ਸੀ ਸਾਡਾ ਆਪਸੀ, ਇੱਕ ਸਬੰਧ ਬਣਿਆ ਸੀ ਮਜ਼ਦੂਰ ਦਾ ਤੇ ਮਾਲਕ ਦਾ ਪਿਛਲੇ 60-70 ਸਾਲ ਤੋਂ। ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਨੇ, ਜਿਹੜੇ ਇੱਕ ਦਿਨ ਦੇ ਵਿੱਚ 5 ਇਹ ਨੋਟੀਫਿਕੇਸ਼ਨ ਕਰਕੇ ਫਿਰ ਉਹਨੂੰ ਰੋਲ ਬੈਕ ਕਰਦੇ ਆ, ਉਹਨੇ ਤੋੜ ਕੇ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਸਾਡੀ ਸਮਝ ਤੋਂ ਬਾਹਰ ਆ ਕੇ ਕੀ ਹੋਊਗਾ, ਸਾਨੂੰ ਜ਼ਿੰਦਗੀ ਹਨੇਰੀ ਨਜ਼ਰ ਆ ਰਹੀ ਹੈ। ਨਹੀਂ ਤੁਹਾਡੇ ਸੁਣੀ ਜਾਂਦੀ ਤੇ ਮੰਗਾਂ ਪੂਰੀਆਂ ਨਹੀਂ ਸੜਕਾਂ ਦੇ ਸਾਡੇ ਕੋਲੇ ਕੋਈ ਹੋਰ ਹੱਲ ਕੀ ਆ ਜੀ? ਸੜਕਾਂ ਤੇ ਉਤਰਨ ਲੱਗਾ ਡਰ ਲੱਗਦਾ, ਕਹਿੰਦੇ ਕਰੋਨਾ ਆ ਜਾਊਗਾ। ਤੇ ਪਰ ਤਾਂ ਹੁਣ ਕਰਾਂਗੇ ਕੀ ਜੀ? ਘਰ ਬਹਿ ਕੇ ਵੀ ਮਰਨਾ। ਅਸੀਂ ਘਰ ਬਹਿ ਕੇ ਮਰਨ ਨਾਲੋਂ ਅਸੀਂ ਚਾਬੀਆਂ ਉਹਨਾਂ ਨੂੰ ਫੜਾ ਦੇਵਾਂਗੇ, ਹੋਰ ਅਸੀਂ ਕੁਝ ਕਰਨ ਜੋਗੇ ਹੈ ਨਹੀਂ। ਇਹ ਸਾਡੇ ਕਨੈਕਸ਼ਨ ਵੀ ਕੱਟ ਲੈਣ ਤੇ ਸਾਡੀਆਂ ਫੈਕਟਰੀਆਂ, ਸਾਡੀਆਂ ਮਸ਼ੀਨਾਂ ਵੇਚ ਲੈਣ। ਜੇ ਉਹ ਵੇਚ ਕੇ ਸਰਕਾਰ ਦੇ ਘਾਟੇ ਪੂਰੇ ਹੁੰਦੇ ਕਰ ਲੈਣ। ਬਾਕੀ ਇੰਡਸਟਰੀ ਐਸੋਸੀਏਸ਼ਨ ਨਾਲ ਵੀ ਗੱਲ ਕਰੋਗੇ? ਸਾਰੀਆਂ ਹੀ ਐਸੋਸੀਏਸ਼ਨ ਇਸ ਗੱਲ ਤੇ ਇੱਕ ਮਤ ਹੈ ਜੀ, ਸਾਰੀਆਂ ਐਸੋਸੀਏਸ਼ਨਸ। ਇਹ ਕੋਈ ਇਕੱਲੀ ਕਿਤੇ ਕੋਈ ਇੱਕ ਇੰਡਸਟਰੀ ਦੀ ਗੱਲ ਨਹੀਂ ਹੈ। ਆਵਾਜ਼ ਕਿਤੋਂ ਇੱਕ ਸ਼ੁਰੂ ਹੋਣੀ ਹੁੰਦੀ ਆ। ਜਦੋਂ ਇੱਕ ਵਾਰੀ ਆਵਾਜ਼ ਚੱਲ ਗਈ, ਹੁਣ ਇਹ ਆਵਾਜ਼ ਜਿਹੜੀ ਆ ਸਾਰੇ ਪਾਸੇ ਜਾਊਗੀ। ਸਾਰੀ ਇੰਡਸਟਰੀ, ਸਾਰਾ ਵਪਾਰੀ ਇਸ ਗੱਲ ਦੇ ਉੱਤੇ ਇੱਕ ਮਤ ਹੈ, ਚ ਕੋਈ ਇਸੇ ਦਾ 350 ਕਰੋੜ ਦਾ ਕਿਹਾ ਸੀ ਕਿ 350 ਕਰੋੜ ਦਾ ਬੈਨੀਫਿਟ ਅਸੀਂ ਇੰਡਸਟਰੀ ਨੂੰ ਦੇ ਦਿੰਦੇ। ਤੇ ਜੇ ਡੈਫਰ ਕੀਤਾ ਤਾਂ ਬੈਨੀਫਿਟ ਕੀ ਦਿੱਤਾ? ਉਲਟਾ ਕੀ ਕੀਤਾ ਇਹਨਾਂ ਨੇ? 1700 ਕਰੋੜ ਰੁਪਏ ਜਿਹੜੀ ਇੰਡਸਟਰੀ ਨੂੰ ਸਬਸਿਡੀ ਦਿੰਦੇ। ਇਹ ਚੋਰੀ ਜਿਹੜੀ ਹੈ ਕੱਲ੍ਹ ਉਹਨਾਂ ਦੀ ਫੜੀ ਗਈ ਹੈ। ਜਦੋਂ ਇੱਕ ਵੈਬਨਾਰ ਦੇ ਵਿੱਚ ਮੀਟਿੰਗ ਹੋਈ ਇੰਡਸਟਰੀ ਦੇ ਨਾਲ, चौथे स्थान पत्रकार और इंडस्ट्री ਜਿਹੜੀ ਮੈਂ ਸਮਝਦਾ ਕਿੱਥੇ ਸਮਝਣ? ਤੁਹਾਡੇ ਪਾਸ ਸਪਲਾਈ ਸਾਰੇ ਤੇ ਇਸੇ ਤਰ੍ਹਾਂ ਸਮਾਨ ਦੇ ਰਹੇ ਤਾਂ ਵੱਡੀ ਇੰਡਸਟਰੀ ਚੱਲੀ ਜਾਂਦੀ। ਸਾਡਾ ਤਾਂ ਐ ਨਾ ਲੋਹੇ ਦਾ ਨਾਲ ਜੁੜਿਆ ਹੋਇਆ ਉਹ ਨਹੀਂ ਚੱਲ। ਇਸ ਕਰਕੇ ਜਿਹੜੀ ਮੰਗ ਸਰਕਾਰ ਕੋਲ ਅਸੀਂ ਕਰ ਰਹੇ ਹਾਂ ਕਿ ਜਿਹੜਾ ਫਿਕਸ ਚਾਰजेस ਦਾ ਜਿਹੜਾ ਸਰਕਾਰ ਕੋਲ ਜਾ ਕੇ ਹੁਕਮ ਦਵਾਂਗੇ, ਸਰਕਾਰ ਸੁਣਨ ਨੂੰ ਤਿਆਰ ਨਹੀਂ। ਅੱਜ ਸਾਡੇ ਜਿੰਨੇ ਇੰਡਸਟਰੀਅਲ ਭਰਾ ਨੇ ਸਭ ਮੈਂ ਹੁਣੇ ਸ਼ੁਰੂ ਕਰ ਦਿਆਂ। ਇਸ ਕਰਕੇ ਸਾਡੀਆਂ ਪ੍ਰੋਡਕਸ਼ਨਾਂ ਜਿਹੜੀਆਂ ਜਾਂ 20% 30% ਵੱਧ ਤੋਂ ਵੱਧ 50% ਤੋਂ ਵੱਧ ਨਹੀਂ ਕ੍ਰਾਸ ਕਰ ਪਾਉਣਗੀਆਂ। ਆਪਣਾ ਲਾਕਡਾਊਨ ਐਕਸਟੈਂਡ ਕੀਤਾ ਤਾਂ ਸਰਕਾਰ ਨੂੰ ਦੇਖਦਾ ਨਹੀਂ ਕਿ 10 ਤਰੀਕ ਤੱਕ ਜਿਹੜੇ ਡੇਟ ਸੀ ਪਹਿਲਾਂ ਦੀ ਉਹਨੂੰ ਵੀ ਅਸੀਂ ਵਧਾ ਕੇ ਉਸ ਤੋਂ ਨਾ ਭੱਜੇ। ਉਹ ਐਟਲੀਸਟ ਜਿਹੜਾ ਪੂਰਾ ਫਾਈਨੈਂਸ਼ੀਅਲ ਈਅਰ ਹੈ, ਕਿਉਂਕਿ ਮਜਬੂਰ ਹੋਣਾ ਪਏਗਾ ਸਾਰਿਆਂ ਨੂੰ ਚਾਬੀਆਂ ਲੈ ਕੇ ਸਰਕਾਰ ਨੂੰ ਚਾਬੀਆਂ ਸੌਂਪਣੀਆਂ ਪੈਣਗੀਆਂ ਕਿ ਸਾਡੀਆਂ ਚਾਬੀਆਂ ਸੰਭਾਲੋ, ਸਾਡੀ ਇੰਡਸਟਰੀ ਸੰਭਾਲੋ, ਸਾਡੇ ਬੈਂਕ ਸੰਭਾਲੋ, ਸਾਡੀ ਲੇਬਰ ਸੰਭਾਲੋ, ਆਪੇ ਬਿਜਲੀ ਦੇ ਬਿੱਲ ਦਿਓ, ਆਪੇ ਫੈਕਟਰੀਆਂ ਚਲਾਓ, ਸਾਨੂੰ ਝੋਲਾ ਫੜਾਓ ਤੇ ਸਾਡਾ ਘਰ ਕਿਤੇ ਬਣਾ ਦਿਓ ਯੂਪੀ, ਬੰਗਾਲ 'ਚ, ਬਿਹਾਰ 'ਚ, ਅਸੀਂ ਆਪਣੇ ਝੋਲੇ ਚੁੱਕੇ ਉੱਥੇ ਚਲ ਜਾਈਏ। ਇਹ ਕਹਿਣਾ ਚਾਹੁੰਦੇ ਹਾਂ ਅਸੀਂ ਇੰਡਸਟਰੀ ਆਪਣੀ ਨੂੰ। ਜੇ ਨਾ ਸਰ ਤੁਹਾਡੀ ਮੰਨੀ ਕੋਈ ਟਾਈਮ ਲਿਮਿਟ ਦੇ ਰਹੇ ਹਾਂ ਕੁਝ ਐਕਸ਼ਨ ਪਲਾਨ? ਸਰ, ਸਾਨੂੰ ਕੋਈ ਟਾਈਮ ਲਿਮਿਟ ਨਹੀਂ ਦਿੱਤੀ ਜਾ ਰਹੀ। ਨਾ GST ਦੀ ਡੇਟ ਵਧਾਈ ਜਾ ਰਹੀ ਹੈ, ਨਾ TDS ਦੀ ਡੇਟ ਵਧਾਈ ਜਾ ਰਹੀ ਹੈ, ਨਾ ਬਿਜਲੀ ਦੇ ਬਿੱਲ ਦੀ ਡੇਟ ਵਧਾਈ ਜਾ ਰਹੀ ਹੈ। ਔਰ ਜੋ ਵਧਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਡੇ ਕੋਲੋਂ ਵਿਆਜ ਲਿੱਤਾ ਜਾ ਰਿਹਾ ਹੈ ਕਿ ਸਾਨੂੰ ਵਿਆਜ ਵੀ ਦੇਣਾ ਪਵੇ, ਕਿਸ਼ਤਾਂ ਵੀ ਦੇਣੀਆਂ ਪੈਣ। ਅਸੀਂ ਬੜੇ ਸਰਪ੍ਰਾਈਜ਼ਡ ਹੈ ਕਿ ਅਸੀਂ ਰਕਮ ਦੇਣ ਲਈ ਅਸਮਰਥ ਹੈ। ਸਾਡੇ ਲੋਕਡਾਊਨ 'ਚ ਬੈਠੇ ਹੈ, ਲੇਬਰ ਦੀ ਸੇਵਾ ਕਰ ਥੱਕ ਗਏ, ਮਿਨੀਮਮ ਬਿੱਲ ਦੇ ਕੇ ਥੱਕ ਗਏ। ਅਸੀਂ ਕਿੱਥੇ ਜਾਈਏ, ਕੀ ਕਰੀਏ, ਕਿਹਦੇ ਕੋਲ ਫਰਿਆਦ ਜਾ ਕੇ ਬੋਲੀਏ? ਸਾਡੀ ਇਹ ਆਵਾਜ਼ ਗੌਰਮੈਂਟ ਤੱਕ ਪਹੁੰਚਾਈ ਜਾਵੇ, ਸਾਡੀ ਇੰਡਸਟਰੀ ਬਚਾਈ ਜਾਵੇ। ਜੈ ਲੇਬਰ, ਜੈ ਇੰਡਸਟਰੀ, ਇਹ ਨਾਰਾ ਬੁਲੰਦ ਕਰਨਾ ਚਾਹੀਦਾ ਹੈ, ਜਿਹਦੇ ਨਾਲ ਪੰਜਾਬ ਗੌਰਮੈਂਟ ਵੀ ਖੁਸ਼ਹਾਲ ਹੋ।
ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਵਿਪਨ ਮਹਿਰਾ ਨਾਲ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।